राग गुजरी महला तीजा घर पहला एक ओंकार सतगुर प्रसाद त्रिग अबेहा जीवना जित हर प्रीत न पाए जित कम हर विसरै दूजे लगे जाए ऐसा सतगुर सेवियै मना जित सेवियै गोविंद प्रीत उपजै अवर विसर सब जाए हर सेती चित गहरै जरा का पहुना हो गई जीवन पदवी पाए रहाओ गोबिंद प्रीत स्यों एक सहज उपजिया वेख जैसी भगत बनी आप सेती आप खाया ता मन निर्मल होवा ज्योति जोत समई बिन भागा ऐसा सतगुर न पाइयै जे लोचै सब कोई कूड़े की पाल विचों निकले तां सदा सुख होए नानक ऐसे सतगुर की क्या वो सेवक सेवा करे गुर आगे जियो ते सतगुर का भाना चित करे सतगुर आपे कृपा करे वाहिगुरु जी का खालसा वाहिगुरु जी की फतेह। धन धन श्री गुरु अमरदास सच्चे पातशाह जी पावन पवित्र बाणी का ये शब्द गुजरी राग विच पहला शब्द जिसका सिरलेख है राग गुजरी महला तीजा घर पहला। तीजे पातशाह गुरु अमरदास जी के मुखारबिंद तो उचारण किया होया ये शब्द गुजरी राग विच पहले घर विच गायन की सेध थी। एक ओंकार सतगुर प्रसाद ये मंगलाचरण है। परमात्मा एक है सर्वशक्तिवान ते सर्वव्यापक और सच्चे गुरु जी कृपा द्वारा जानिया जाता। इस शब्द की विचार आरंभ करने तो पहला धन गुरु अमरदास जी दे जीवन उत्ते एक झात मारनी बहुत जरूरी क्योंकि श्री गुरु अमरदास जी गुरु अंगद देव जी की शरण विच कदों आए किवें आए ये साखी सुनन पढ़न दे नाल जिथे सानू शब्द नू समझना शब्द नू विचारना सुखैन हो जाएगा उत्थे सानू प्रेरणा भी मिलेगी कि श्री अमरदास जी गुरु जी की शरण विच आउण तो पहला बहुत लंबे समय तीकर अपने पिता पुरखी संस्कारां दे मुताबक अपने धार्मिक फेथ भरोसे कारण 21 बार गंगा जी यात्रा करन गए। आखिर हिसाब लाओ कितने सालां तीकर उन्होंने गंगा जान का तरद्दद किया। अपने जीवन का काफ़ी लंबेरा समा उन्हां दा इस तरह बीत गया। कहते हैं कि एक बारी एक खूह ते बैठे पानी पिलाउण की सेवा कर रहे सन
ਕਿ ਕਿਸੇ ਪਾਣੀ ਪੀਣ ਵਾਲੇ ਯਾਤਰੂ ਨੇ, ਉਹਨਾਂ ਦੇ ਸਾਥੀ ਨੇ, ਉਹਨਾਂ ਤੇ ਸਵਾਲ ਕਰ ਦਿੱਤਾ ਕਿ ਤੁਹਾਡਾ ਗੁਰੂ ਕੌਣ ਹੈ? ਤੇ ਸ਼੍ਰੀ ਅਮਰਦਾਸ ਜੀ ਨੇ ਸੱਚ ਗੱਲ ਕਹੀ ਕਿ ਮੇਰਾ ਗੁਰੂ ਕੋਈ ਨਹੀਂ, ਮੈਂ ਗੁਰੂ ਦੀ ਭਾਲ ਵਿੱਚ ਹਾਂ। ਤੇ ਕਹਿੰਦੇ ਹਨ ਸਾਖੀਕਾਰ ਕਿ ਇੰਨੀ ਗੱਲ ਸੁਣਦਿਆਂ ਸਾਰ ਉਸ ਯਾਤਰੂ ਸਾਥੀ ਨੇ, ਸਾਧੂ ਨੇ, ਜਿਤਨਾ ਕੁ ਪਾਣੀ ਪੀਤਾ ਸੀ ਪੀਤਾ, ਤੇ ਜਿਤਨਾ ਉਹਦੇ ਬੁੱਕ ਵਿੱਚ ਸੀ ਉਹ ਡੋਲ ਦਿੱਤਾ। ਤੇ ਉਹਦੇ ਮੂੰਹੋਂ ਨਿਕਲਿਆ, ਜਾ ਨਿਗੁਰਿਆ, ਤੂੰ ਤੇ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ। ਇਹ ਸ਼ਬਦ ਹਿਰਦੇ ਨੂੰ ਵਿੰਨ ਕੇ ਸ਼੍ਰੀ ਅਮਰਦਾਸ ਜੀ ਨੂੰ ਬੜਾ ਸਦਮਾ ਹੋਇਆ। ਘਰ ਵਾਪਸ ਆ ਗਏ। ਅੱਖਾਂ ਵਿੱਚੋਂ ਨੀਂਦਰ ਖਤਮ ਹੋ ਗਈ। ਹੁਣ ਚੈਨ ਨਹੀਂ ਆਉਂਦਾ। ਮੁੜ ਮੁੜ ਕੇ ਕੰਨਾਂ ਵਿੱਚ ਉਹੀ ਬੋਲ ਸੁਣਾਈ ਦਿੰਦੇ, ਜਾ ਨਗੁਰਿਆ, ਤੂੰ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ। ਸੱਚਮੁੱਚ ਬਾਣੀ ਵਿੱਚ ਵੀ ਲਿਖਿਆ, ਨਿਗੁਰੇ ਕਾ ਹੈ ਨਾਉ ਬੁਰਾ, ਗੁਰਮੰਤਰਹੀਣਸੈ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਣਾ, ਕੂਕਰਾ ਸ਼ੂਕਰਾ ਗਰਦਬਾ ਕਾਕਾ ਸਰਪਨਾ ਤੁਲਖਣਾ। ਪਰ ਕਹਿੰਦੇ ਨੇ ਸਾਰੀ ਰਾਤ ਤੜਫਦੇ ਰਹੇ। ਅੰਮ੍ਰਿਤ ਵੇਲਾ ਹੋਇਆ, ਘਰ ਵਿੱਚੋਂ ਬਾਣੀ ਪੜ੍ਹਨ ਦੀ ਆਵਾਜ਼ ਸੁਣਾਈ ਦਿੱਤੀ। ਬਾਣੀ ਪੜ੍ਹੀ ਜਾ ਰਹੀ ਸੀ। ਹੋਏ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਮੈਂ ਇਸ ਬਹਿਸ ਵਿੱਚ ਨਹੀਂ ਪੈਂਦਾ ਕਿ ਕਿਹੜੀ ਬਾਣੀ ਪੜ੍ਹੀ ਜਾ ਰਹੀ, ਪਰ ਜੋ ਬਾਣੀ ਪੜ੍ਹੀ ਜਾ ਰਹੀ ਸੀ ਉਹ ਸ਼੍ਰੀ ਅਮਰਦਾਸ ਜੀ ਦੇ ਕੰਨਾਂ ਵਿੱਚ ਅੰਮ੍ਰਿਤ ਘੋਲ ਰਹੀ ਸੀ। ਉਹਨਾਂ ਨੂੰ ਐਸਾ ਪ੍ਰਤੀਤ ਹੋਇਆ ਕਿ ਉਹ ਸਾਧੂ ਦੇ ਕਹੇ ਹੋਏ ਬਚਨਾਂ ਨਾਲ ਜਿਹੜਾ ਹਿਰਦੇ ਤੇ ਜ਼ਖਮ ਹੋਇਆ, ਮਾਨੋ ਉਹਦੇ ਉੱਤੇ ਮਲਮ ਦਾ ਕੰਮ ਕਰ ਰਹੀ। ਸ਼੍ਰੀ ਅਮਰਦਾਸ ਜੀ ਉੱਠੇ, ਜਿੱਥੋਂ ਬਾਣੀ ਪੜ੍ਹਨ ਦੀ ਆਵਾਜ਼ ਆ ਰਹੀ ਸੀ ਨੇੜੇ ਚਲੇ ਗਏ। ਹੁਣ ਬਾਣੀ ਦਾ ਪੜ੍ਹਨ ਵਾਲਾ ਕੌਣ ਸੀ? ਇਹ ਸਨ ਬੀਬੀ ਅਮਰੋ ਜੀ। ਇਹ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸਨ। ਇਹ ਸ਼੍ਰੀ ਅਮਰਦਾਸ ਜੀ ਦੇ ਭਤੀਜੇ ਦੀ ਪਤਨੀ ਸੀ। ਇਸ ਰਿਸ਼ਤੇ ਵਿੱਚ ਉਹ ਭਤੀਜ ਨੂੰਹ ਲੱਗਦੀ ਸੀ। ਬੀਬੀ ਜੀ ਆਪਣਾ ਕੰਮ ਵੀ ਕਰ ਰਹੇ ਸਨ, ਜੋ ਇੱਕ ਗ੍ਰਹਿਣੀ ਦਾ ਕੰਮ ਹੁੰਦਾ, ਬਾਣੀ ਵੀ ਪੜ੍ਹ ਰਹੇ ਸਨ। ਸ਼੍ਰੀ ਅਮਰਦਾਸ ਜੀ ਦਾ ਜੀ ਕਰੇ ਕਿ ਇਹ ਬਾਣੀ ਪੜ੍ਹੀ ਜਾਣ, ਮੈਂ ਸੁਣੀ ਜਾ। ਆਖਰ ਉਹ ਪੁੱਛਣ ਲਈ ਮਜਬੂਰ ਹੋਏ, ਬੀਬੀ ਜੀ, ਬੀਬੀ ਅਮਰੋ, ਬੇਟਾ ਇਹ ਕਿਸ ਦੀ ਬਾਣੀ ਪੜ੍ਹ ਰਹੇ? ਇਹ ਸਾਖੀ ਤੁਸੀਂ ਸਾਰੇ ਜਾਣਦੇ। ਕਿਸ ਤਰ੍ਹਾਂ ਬੀਬੀ ਅਮਰੋ ਜੀ ਦੇ ਨਾਲ ਲੱਗ ਕੇ ਬਾਣੀ ਸੁਣ ਕੇ ਸ਼੍ਰੀ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਔਰ 12 ਸਾਲ ਉਹਨਾਂ ਨੇ ਸੇਵਾ ਕੀਤੀ। ਤੇ ਸੇਵਾ ਕਰਦੇ ਕਰਦੇ ਕੱਚ ਤੋਂ ਕੰਚਨ ਬਣ ਗਏ। ਇਹ ਉਹਨਾਂ ਦੀ ਬਾਣੀ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਗੁਰੂ ਦੀ ਸੰਗਤ, ਗੁਰੂ ਦੀ ਕਿਰਪਾ ਦਾ ਸਦਕਾ ਉਹਨਾਂ ਦੇ ਜੀਵਨ ਵਿੱਚ ਕੈਸੀ ਤਬਦੀਲੀ ਆਈ। ਤੇ ਜਦੋਂ ਉਹਨਾਂ ਨੂੰ ਗੁਰੂ ਪਦਵੀ ਪ੍ਰਾਪਤ ਹੋਈ, ਇਹ ਸ਼ਬਦ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਇਹ ਸਾਡੇ ਸਾਰਿਆਂ ਲਈ ਇਹ ਸ਼ਬਦ ਸੇਧ, ਸਿੱਖਿਆ, ਅਗਵਾਈ ਬਖਸ਼ਦਾ। ਆਓ ਸ਼ਬਦ ਦੀ ਵਿਚਾਰ ਕਰੀਏ। ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਫਰਮਾਉਂਦੇ ਹਨ, ਐਸਾ ਸਤਿਗੁਰ ਸੇਵੀਐ ਮਨਾ। ਹੈ ਮਨਾ,
ਇਹੋ ਜਿਹੇ ਗੁਰੂ ਦੀ ਸੇਵਾ ਕਰੀ, ਇਹੋ ਜਿਹੇ ਗੁਰੂ ਦੇ ਹੁਕਮ ਵਿੱਚ ਚੱਲੀ। ਕਿਹੋ ਜਿਹੇ ਗੁਰੂ ਦੀ? ਜਿਤ ਸੇਵਿਐ ਗੋਵਿੰਦ ਪ੍ਰੀਤ ਊਪਜੈ। ਜਿਸ ਗੁਰੂ ਦੀ ਸੇਵਾ ਕਰਨ ਕਰਕੇ ਗੋਬਿੰਦ ਪ੍ਰੀਤ ਊਪਜੈ, ਹਿਰਦੇ ਦੇ ਅੰਦਰ ਉਸ ਪਰਮਾਤਮਾ ਦੀ ਪ੍ਰੀਤ ਪੈਦਾ ਹੋ ਜਾਏ। ਐਸਾ ਸਤਿਗੁਰ ਸੇਵੀਐ ਮਨ, ਜਿਤ ਸੇਵਿਐ ਗੋਬਿੰਦ ਪ੍ਰੀਤ ਊਪਜੈ। ਅਵਰ ਵਿਸਰ ਸਭ ਜਾਏ। ਅਵਰ ਹੋਰ ਜਿੰਨੀਆਂ ਪ੍ਰੀਤਾਂ ਹਨ। ਗੁਰੂ ਅਮਰਦਾਸ ਜੀ ਗ੍ਰਸਤੀ ਹਨ, ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੇ ਪੁੱਤਰ ਹਨ, ਧੀਆਂ। ਇਹ ਨਹੀਂ ਕਿ ਉਹਨਾਂ ਨੇ ਤਿਆਗ ਕਰ ਦਿੱਤਾ, ਪਰ ਗੁਰੂ ਦੀ ਸੰਗਤ ਕਰਕੇ ਉਹਨਾਂ ਨੂੰ ਪਰਮੇਸ਼ਵਰ ਦੀ ਪ੍ਰੀਤ ਦੀ ਮਹੱਤਤਾ ਸਮਝ ਆ ਗਈ। ਤੋ ਇਹ ਹੈ ਸ਼ਬਦ ਦੀ ਰਹਾਉ ਦੀ ਪੰਗਤ। ਹਰ ਸੇਤੀ ਚਿਤ ਗਹਿ ਰਹਿ। ਬਸ ਫਿਰ ਹਰੀ ਦੇ ਨਾਲ ਚਿੱਤ ਜੁੜ ਜਾਏ। ਗਹਿ ਰਹਿ ਦਾ ਮਤਲਬ ਹੈ ਲੱਗ ਜਾਏ, ਪਕੜ ਲਵੇ, ਜੁੜਿਆ ਰਹੇ। ਜਰਾ ਕਾ ਭਉ ਨਾ ਹੋਵਈ, ਜੀਵਨ ਪਦਵੀ ਪਾਏ। ਫਿਰ ਬੁਢੇਪੇ ਦਾ ਡਰ ਵੀ ਨਹੀਂ ਰਹਿੰਦਾ। ਸੱਚਮੁੱਚ ਸ਼੍ਰੀ ਗੁਰੂ ਅਮਰਦਾਸ ਜੀ ਉਸ ਸਮੇਂ ਸੇਵਾ ਕਰਨ ਆਏ ਜਦੋਂ ਉਹ ਆਪ ਬਿਰਧ ਅਵਸਥਾ ਵਿੱਚ। ਜਿਸ ਉਮਰ ਵਿੱਚ ਹਰ ਇੱਕ ਦਾ ਜੀ ਕਰਦਾ ਕਿ ਮੇਰੀ ਕੋਈ ਸੇਵਾ ਕਰੇ, ਔਰ ਸੇਵਾ ਵੀ ਇਤਨੀ ਕਰੜੀ ਕਿ ਪੈਰ ਦੇ ਤੜਕੇ ਉੱਠਣਾ, ਬਿਆਸਾ ਨਦੀ ਤੇ ਜਾਣਾ, ਜਲਦੀ ਗਾਗਰ ਭਰਨੀ ਤੇ ਗੁਰੂ ਜੀ ਦਾ ਆ ਕੇ ਇਸ਼ਨਾਨ ਕਰੋ। ਇਹ ਸਭ ਗੱਲਾਂ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਪੜ੍ਹਿਆਂ ਪਤਾ ਲੱਗਦਾ। ਹੁਣ ਜੇ ਬੰਦਾ ਸੋਚੇ ਮੈਂ ਤੇ ਬੁਢੇਪੇ ਵਿੱਚ ਹਾਂ, ਮੇਰਾ ਤੇ ਆਪ ਸੇਵਾ ਕਰਾਉਣ ਨੂੰ ਜੀ ਕਰ, ਪਰ ਨਹੀਂ, ਐਵੇਂ ਨਹੀਂ ਕਿਹਾ ਗੁਰੂ ਅਮਰਦਾਸ ਜੀ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਹਰ ਸੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ। ਇੰਨੀ ਪ੍ਰੀਤ ਲੱਗੀ। ਹਰ ਸੇਤੀ ਚਿਤ ਗਹਿ ਰਹਿ, ਜਰਾ ਕਾ ਭਉ ਨਾ ਹੋਵੇ, ਜੀਵਨ ਪਦਵੀ ਪਾਏ। ਕਦੇ ਬੁਢੇਪੇ ਦਾ ਡਰ ਨਾ ਹੋ ਸਕੇ। ਇਹੋ ਜਿਹਾ ਆਤਮਿਕ ਦਰਜਾ ਮਿਲ ਜਾਏ ਕਿ ਉਸ ਆਤਮਿਕ ਦਰਜੇ ਨੂੰ ਕਦੇ ਕਮਜ਼ੋਰ ਨਾ ਹੋ ਸਕੇ। ਇਹ ਹੈ ਸ਼ਬਦ ਦੀ ਰਹਾਉ ਦੀ। ਐਸਾ ਸਤਿਗੁਰ ਸੇਵੀਐ ਮਨਾ, ਜਿਤ ਸੇਵਿਐ ਗੋਬਿੰਦ ਪ੍ਰੀਤ ਊਪਜੈ। ਅਵਰ ਵਿਸਰ ਸਭ ਜਾਏ, ਹਰ ਸੇਤੀ ਚਿਤ ਗਹਿ ਰਹਿ। ਜਰਾ ਕਾ ਭਉ ਨਾ ਹੋਵੇ, ਜੀਵਨ ਪਦਵੀ ਪਾਏ ਰਹਾਉ। ਲਓ ਹੁਣ ਸ਼ਬਦ ਦੇ ਆਰੰਭ ਵੱਲ ਆਈ। ਤ੍ਰਿਗ ਅਵੇਹਾ ਜੀਵਨਾ, ਜਿਤ ਹਰ ਪ੍ਰੀਤ ਨ ਪਾਏ। ਤ੍ਰਿਗ ਸ਼ਬਦ ਜਿਹੜਾ, ਇਹਦੇ ਅਰਥ ਫਿਟਕਾਰ ਯੋਗ। ਉਸਤਾਦ ਜੀ ਕਿਹਾ ਕਰਦੇ ਸਨ, ਜੇ ਕਿਸੇ ਨੂੰ ਲੱਖ ਵਾਰੀ ਲਾਹਨਤ ਪਾਉਣੀ ਹੋਵੇ ਤੇ ਇੱਕ ਵਾਰੀ ਤ੍ਰਿਗ ਕਹਿ ਦੇ। ਕਹਿਣ ਦਾ ਮਤਲਬ ਇਹੋ ਜਿਹਾ ਜੀਵਨ ਤ੍ਰਿਗਾਕਾਰ ਹੈ, ਜਿਸ ਜੀਵਨ ਦੇ ਅੰਦਰ ਹੋਰ ਤੇ ਸਾਰਾ ਕੁਝ ਚੇਤੇ ਹੈ, ਪਰ ਵਾਹਿਗੁਰੂ ਦੀ ਪ੍ਰੀਤ ਚੇਤੇ ਨਹੀਂ ਹੈ। ਤ੍ਰਿਗ ਅਵੇਹਾ ਜੀਵਨਾ, ਜਿਤ ਹਰ ਪ੍ਰੀਤ ਨ ਪਾਏ। ਜਿਤ ਕੰਮ ਹਰ ਵਿਸਰੈ, ਦੂਜੈ ਲੱਗੈ ਜਾਏ। ਜਿਸ ਕੰਮ ਦੇ ਕਰਨ ਕਰਕੇ ਹਰੀ ਭੁੱਲ ਜਾਏ ਔਰ ਇਹ ਮਨ ਦੂਜੇ ਪਾਸੇ ਲੱਗ ਜਾਏ। ਭਾਵ ਜਿਸ ਕੰਮ ਲਈ ਮਨੁੱਖਾ ਜਨਮ ਮਿਲਿਆ ਉਹ ਕਰੇ ਨਾ, ਹੋਰ ਕਰੀ ਜਾਏ। ਫਿਰ ਇਹਦੇ ਲਈ ਕੀ ਕੀਤਾ ਜਾਏ? ਐਸਾ ਸਤਿਗੁਰ ਸੇਵੀਐ। ਕਿਉਂਕਿ ਗੁਰੂ ਦੀ ਸੇਵਾ ਜਿਹੜੀ ਹੈ
ਉਹ ਜੀਵਨ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਲਿਆਉਂਦੀ। ਪੁੱਛੋ ਭੱਟ ਸਾਹਿਬਾਨ, ਉਹ ਕਹਿੰਦੇ ਗੁਰੂ ਦੀ ਸੇਵਾ ਕੀ ਕਰਦੀ। ਕਚੋਂ ਕੰਚਨ ਭਇਓ, ਸ਼ਬਦ ਗੁਰੂ ਸ਼ਰਮਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪੜਿਓ, ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੇ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪਰੇਤ ਸੁਰ ਨਰ ਭੈ। ਹੁੰਦਾ ਕੀ ਹੈ? ਧੰਨ ਗੁਰੂ ਅਮਰਦਾਸ ਜੀ ਆਪਣਾ ਅਨੁਭਵ ਦੱਸਦੇ ਨੇ। ਗੁਰੂ ਦੀ ਸੇਵਾ ਕਰਨ ਨਾਲ, ਗੁਰੂ ਦੀ ਆਗਿਆ ਵਿੱਚ ਚੱਲਣ ਨਾਲ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ। ਗੋਬਿੰਦ ਨਾਲ ਪ੍ਰੀਤ ਕਰਨ ਕਰਕੇ ਇੱਕ ਸਹਿਜ ਦਾ ਮਤਲਬ ਹੈ ਆਤਮਿਕ ਅਡੋਲਤਾ, ਐਸੀ ਭਟਕਣਾ ਰਹਿਤ ਅਵਸਥਾ ਪੈਦਾ ਹੁੰਦੀ ਹੈ। ਵੇਖ ਜੈਸੀ ਭਗਤ ਬਣੀ, ਫਿਰ ਐਸਾ ਭਗਤੀ ਦਾ ਰੰਗ ਚੜ੍ਹਦਾ ਹੈ, ਫਿਰ ਐਸੀ ਭਗਤੀ ਦੀ ਲਾਗ ਲੱਗਦੀ ਹੈ ਕਿ ਆਪ ਸੇਤੀ ਆਪ ਖਾਇਆ। ਇਹ ਬੜੀਆਂ ਬਰੀਕ ਗੱਲਾਂ। ਸਾਧ ਸੰਗਤ, ਮਨੁੱਖ ਦੇ ਅੰਦਰੋਂ ਜਿਹੜਾ ਆਪਣਾ ਭਾਵ ਹੈ, ਜਿਹਨੂੰ ਅਸੀਂ ਹਉਮੈ ਭਾਵ ਕਹਿੰਦੇ, ਇਹਨੂੰ ਮੁਕਾਉਣਾ ਬੜਾ ਮੁਸ਼ਕਿਲ। ਆਖਿਆ ਗੁਰੂ ਦੀ ਸੇਵਾ ਕਰਨ ਦੇ ਨਾਲ, ਗੁਰੂ ਦੇ ਬਚਨ ਮੰਨਣ ਦੇ ਨਾਲ, ਆਪ ਸੇਤੀ ਆਪ ਖਾਇਆ, ਆਪਣੇ ਅੰਦਰੋਂ ਜੋ ਹਉਮੈ ਦਾ ਭਾਵ ਹੈ ਉਹ ਖਾ ਲਿਆ, ਖਤਮ ਕਰ। ਤਾਂ ਮਨ ਨਿਰਮਲ ਹੋਵਾ, ਫਿਰ ਮਨ ਨਿਰਮਲ ਹੋ ਜਾਂਦਾ, ਮਨ ਵਿੱਚੋਂ ਅਹੰਕਾਰ ਦੀ ਭਾਵਨਾ ਖਤਮ ਹੋ ਜਾਂਦੀ, ਤੇ ਜੋਤੀ ਜੋਤ ਸਮਈ, ਫਿਰ ਇਹ ਜਿਹੜੀ ਜੀਵ ਦੀ ਜੋਤੀ ਹੈ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ, ਇੱਕਮਿਕ ਹੋ ਜਾਂਦੀ। ਪਰ ਨਾਲ ਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਏ। ਬਿਨਾਂ ਭਾਗਾਂ ਤੋਂ, ਜਦੋਂ ਤੀਕਰ ਭਾਗ ਨਹੀਂ ਜਾਗਦੇ, ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਏ, ਜੇ ਲੋਚੈ ਸਭ ਕੋਈ। ਆਖਿਆ ਜੇ ਹਰ ਕੋਈ ਇੱਛਾ ਵੀ ਕਰੇ, ਪਰ ਜਦੋਂ ਤੀਕਰ ਭਾਗ ਨਾ ਜਾਗਣ, ਐਸੇ ਸਤਿਗੁਰੂ ਦੀ ਸੰਗਤ, ਐਸੇ ਸਤਿਗੁਰੂ ਦੀ ਸਿੱਖਿਆ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਏ, ਜੇ ਲੋਚੈ ਸਭ ਕੋਈ। ਆਖਿਆ ਹੁੰਦਾ ਕੀ ਹੈ? ਗੁਰੂ ਦੀ ਸੇਵਾ ਕਰਨ ਕਰਕੇ, ਗੁਰੂ ਦੀ ਆਗਿਆ ਦਾ ਪਾਲਨ ਕਰਨ ਕਰਕੇ, ਕੂੜੇ ਕੀ ਪਾਲ ਵਿੱਚੋਂ ਨਿਕਲੇ। ਉਹ ਜਿਹੜੀ ਕੰਧ ਹੈ, ਪਾਲ ਕਹਿੰਦੇ ਕੰਧ, ਝੂਠ ਦੀ ਕੰਧ, ਹਉਮੈ ਦੀ ਕੰਧ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ। ਸਾਧ ਸੰਗਤ, ਸੇਵਾ ਕਰਨੀ ਸੌਖੀ ਨਹੀਂ ਹੈ। ਕੈਸੇ ਕੈਸੇ ਬੋਲ ਕਬੋਲ ਸੁਣਨੇ ਪੈਂਦੇ। ਧੰਨ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹ ਕੇ ਦੇਖੋ। ਲੋਕਾਂ ਨੇ ਆਖਿਆ ਅਮਰੂ ਨਥਾਵਾਂ ਹੈ, ਇਹਨੂੰ ਕੋਈ ਥਾਂ ਨਹੀਂ ਹੈ। ਇਸ ਬੁੱਢੀ ਉਮਰ ਵਿੱਚ, ਬਿਰਧ ਅਵਸਥਾ ਵਿੱਚ ਕੁੜਮਾਂ ਦੇ ਘਰ ਪਾਣੀ ਢੋਰੇ ਟੁਕਰਾਂ ਵਾਸਤੇ। ਇਹ ਸ਼ਬਦ ਕਿਤਨੇ ਔਖੇ ਹਨ, ਪਰ ਯਾਦ ਰੱਖੋ, ਗੁਰੂ ਅਮਰਦਾਸ ਜੀ ਤੋਂ ਸਿੱਖੋ। ਗੁਰੂ ਦੀ ਸੇਵਾ ਕਰਨ ਕਰਕੇ, ਗੁਰੂ ਦੀ ਆਗਿਆ ਵਿੱਚ ਚੱਲਣ ਕਰਕੇ, ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ। ਉਹ ਜਿਹੜੀ ਝੂਠ ਦੀ ਪਾਲ ਕੰਧ ਹੈ, ਉਹ ਵਿੱਚੋਂ ਨਿਕਲ ਜਾਂਦੀ, ਬਸ ਫਿਰ ਸਦੀਵੀ ਸੁੱਖ ਮਿਲ ਜਾਂਦਾ। ਨਾਨਕ ਐਸੇ ਸਤਿਗੁਰ ਕੀ ਕਿਆਓ ਸੇਵਕ ਸੇਵਾ ਕਰੇ। ਨਾਨਕ ਜੀ ਫਰਮਾਉਂਦੇ। ਧੰਨ ਗੁਰੂ ਅਮਰਦਾਸ ਤੀਜੇ ਸਤਿਗੁਰੂ ਸਮਝਾਉਂਦੇ, ਐਸੇ ਸਤਿਗੁਰੂ ਕੀ ਕਿਆਓ ਸੇਵਕ ਸੇਵਾ ਕਰੇ। ਇਹੋ ਜਿਹੇ ਗੁਰੂ ਜੀ, ਉਹ ਸੇਵਕ ਫਿਰ ਕੀ ਸੇਵਾ ਕਰੇ। ਗੁਰ ਆਗੇ ਜਿਉ ਧਰੇ,
बस गुरु दे अगे अपनी जींद धर देवे, भाव अपना आप भेंट कर देवे। नानक ऐसे सतगुर की क्या ओ सेवक सेवा करे, गुर आगे जियो दे तरे, सतगुर का भाना चित करे, सतगुर आपे कृपा करे। बस सतगुरु दे हुक्म नूं चित विच धारण कर। सो सिख सखा बंदप है भाई, जे गुरु के भाणे विच आवे, अपने भाणे जो चलै भाई, विछुड़ चोटां खावे, सतगुर का भाणा चित करे, सतगुर आपे कृपा करे। फिर सतगुरु आप ही टुट पैंदा। जदों धन गुरु अंगद देव जी ने श्री अमरदास जी की घालना नूं प्रवान कर लिया, तो फिर वो रिश्तियां की गल, वो पदवियां की गल भुल गई, तो गुरु अंगद देव जी ने आप श्री गुरु अमरदास जी नूं मत्था टेक दिता, ते वो तख्त बख्श के आख्या, निमाणियां दे मान गुरु अमरदास, नताणियां दे ताण गुरु अमरदास, न्योटियां दी ओट गुरु अमरदास। सचमुच शब्द नूं विचारन तो पहला जे गुरु अमरदास जी की घालना वल नज़र मार लईए, फिर शब्द नूं विचारना, समझना ते हिरदे विच धारना बड़ा सुखैन हो जाएगा। वाहिगुरु जी का खालसा, वाहिगुरु जी की फतेह।